ਇੰਜ ਮਾੜਾ ਜਿਹਾ ਕਰੋ ਤੇ ਇਹ ਖੁੱਲਾ ਪਿਆ ਜੀ। ਹੁਣ ਮੈਂ ਇੱਥੇ ਮੁੱਠ ਰੇਤ ਦੀ ਪਾ ਜਾਵਾਂ, ਤੁਹਾਡੇ ਕੋਲ ਕੀ ਹੱਲ ਹੈ ਇਹਦਾ? पहले दिन मुठ रेत दी ना पावे तेरी मेहरबानी ते बाकी जेड़ा ना गल तेरी है पॉइंट वैलिड है। इन्नी कहीं नहीं वड्डी करनी, कोई ना वड्डी करन छोटी छोटी की ते कर दो, जेड़ा वड्डी नहीं कर सकदा। जिस तरीके मेसी तो रखा हुआ है, मेसी बारे गल्लां करना यही गल है। उन्हें ट्रैक्टर लिया नहीं हुंदा ते पहले आंदा भी मैं इस वास्ते लैंदा भी मैनू बेचना है। सेल परचेज पहले नंबर ते दी। अस्सलाम वालेकुम जी, पैरागोन आटो यूट्यूब ਦੇ ਦੇਖਣ ਵਾਲੇ ਦੋਸਤਾਂ ਨੂੰ ਖੁਸ਼ ਆਮਦੀਦ। ਲੋ ਦੋਸਤੋ, ਆਪਣੇ ਨਾਲ ਅੱਜ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਤੇ ਇਹਨਾਂ ਦਾ ਤਾਰਫ ਕਰਾਉਣ ਦੀ ਲੋੜ ਕੋਈ ਨਹੀਂ ਆ ਤੇ ਮੁੜ ਵੀ ਆਪਾਂ ਮੋਟਾ ਜਿਹਾ ਦੱਸ ਛੱਡਦੇ ਆ ਜੀ। ਆਸਫ ਖਿੱਚੀ ਸਾਹਿਬ ਸਾਡੇ ਨਾਲ ਨੇ, ਮੁਹੱਬਤ ਅਲੀ ਵਾਲਾ ਸਾਹਿਬ ਤੇ ਆਪਣੇ ਨਾਲ ਨੇ ਰਦਾਵਾ ਸਾਹਿਬ। ਦੋ ਜੀ ਇਹ ਜ਼ਰਾ ਨਜ਼ਰ ਮਾਰੋ, ਆਪਣੇ ਨਾਲ ਮੀਆਂ ਮੁਹੰਮਦ ਅਫਜ਼ਲ ਵੱਟੂ ਸਾਹਿਬ ਨੇ, ਜਿਨ੍ਹਾਂ ਦੇ ਤਾਰਫ ਦੀ ਕੋਈ ਲੋੜ ਨਹੀਂ ਆ। ਪੰਜਾਬ ਦੇ ਆਲ ਇਨ ਵਨ ਲੋਕ ਜਿਹੜੇ ਨੇ ਇਹਨਾਂ ਨੂੰ ਜਾਣਦੇ ਪਹਿਚਾਣਦੇ ਨੇ, ਬੱਚੇ ਤੋਂ ਲੈ ਕੇ ਬਾਲਾਂ ਤੋਂ ਲੈ ਕੇ ਬੜੇ ਤੱਕ ਜੀ। ਬਾਕੀ ਅੱਜ ਆਪਾਂ ਆਸਫ ਖਿੱਚੀ ਸਾਹਿਬ ਦੇ ਨਾਲ ਵੱਟੂ ਸਾਹਿਬ ਦੇ ਕੋਲ ਆਏ ਆ ਜੀ, ਮੁਹੱਬਤ ਅਲੀ ਵਾਲਾ, ਰਦਾਵਾ ਸਾਹਿਬ, ਬਾਕੀ ਕੋਈ ਦੋਸਤ ਆਪਣੇ ਨਾਲ ਆਏ ਨੇ ਫੈਸਲਾਬਾਦੋਂ, ਤੇ ਅਸੀਂ ਲੱਗੇ ਆਏ ਆ ਆਪਣਾ ਵੱਟੂ ਸਾਹਿਬ ਦੇ ਕੋਲ ਉਹਨਾਂ ਦੇ 385 ਦੇ ਉੱਤੇ। ਅੱਜ ਇਹਦੇ ਨਾਲ ਰਿਵਿਊ ਕਰਾਂਗੇ ਪੂਰਾ 385 ਦਾ। ਤੇ ਇੱਕ ਸਵਾਲ ਆ ਬਹੁਤ ਇੰਪੋਰਟੈਂਟ, ਉੱਥੋਂ ਆਪਾਂ ਸ਼ੁਰੂ ਕਰਨਾ, ਉਹਦੀ ਵਜ੍ਹਾ ਆਪਾਂ ਤਾਰਫ ਤੇ ਨਹੀਂ ਕਰਵਾਉਣਾ, ਸਾਰਿਆਂ ਨੂੰ ਪਤਾ ਵਾ, ਸਾਰੇ ਬੰਦੇ ਪਹਿਚਾਣਦੇ ਨੇ। ਇੱਕ ਸਵਾਲ ਆ ਬੜਾ ਇੰਪੋਰਟੈਂਟ, ਉਹ ਆਪਾਂ ਵੱਟੂ ਸਾਹਿਬ ਦੇ ਨਾਲ ਕਰ ਲੈਣ ਲੱਗੇ ਆ ਜੀ, ਤੇ ਦੇਖਦੇ ਆ ਵੱਟੂ ਸਾਹਿਬ ਉਹਦਾ ਜਵਾਬ ਕੀ ਦਿੰਦੇ ਆ। ਤੇ ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਕਰਿਓ। अस्सलाम वालेकुम ਵੱਟੂ ਸਾਹਿਬ जी। वालेकुम सलाम। ਵੱਟੂ ਸਾਹਿਬ ਤੁਹਾਡਾ ਇੱਕ ਸਵਾਲ ਕਰਨਾ ਤੇ ਤੁਸੀਂ ਉਹਦਾ ਦੇਣਾ ਜਵਾਬ। ਇਹ ਜਿਹੜਾ ਢੱਕਣ ਆ ਜੀ, ਇਹ ਢੱਕਣ ਹੋ ਗਿਆ जी, ठीक हो गया। ਆ ਇੱਕ ਢੱਕਣ ਲਗਾਇਆ ਇੱਥੇ। हाँ जी, ਦੇਖੋ ਜੀ, ਐਡਾ ਆਪਾਂ ਜ਼ਿਮੀਦਾਰ ਤੇ ਨਹੀਂ, ਪਤਾ ਤੇ ਸਾਨੂੰ ਕੋਈ ਨਹੀਂ, ਲੇਕਿਨ ਇਹ ਤੇ ਜਿਹਦਾ ਢੱਕਣ ਲਾਇਆ ਇੱਥੇ ਤੇਲ ਪੈਂਦਾ ਹੈ। ਜੇ ਤੁਸੀਂ ਆਪਣਾ ਮਰੱਬੇ ਜਾਓ ਵਾਹੀ ਕਰਦੇ ਹੋਵੋ, ਤੁਹਾਨੂੰ ਕੋਈ ਪਾਣੀ ਪੂਣੀ ਪੀਣ ਦਾ ਦਿਲ ਕਰ ਆਵੇ ਗਰਮੀ ਦੇ ਦਿਨ ਨੇ, ਤੁਸੀਂ ਟਰੈਕਟਰ ਡੱਕ ਕੇ 2-3 ਕਿੱਲੇ ਪਿੱਛੇ ਹਟਵੇਂ ਤੁਰੇ ਜਾਓ, ਕੋਈ ਸ਼ਰੀਕੇਬਾਜ਼ੀ, ਕੋਈ ਲਾਗਤਬਾਜ਼ੀ, ਕੋਈ ਛੁਗਲ ਦੇ ਨਾਲ ਕੋਈ ਤੁਹਾਡਾ ਡਰਾਮਾ ਕਰ ਜਾਵੇ, ਇਹਦੇ ਵਿੱਚ ਮੁੱਠ ਰੇਤ ਦੀ ਪਾ ਜਾਵੇ ਖੋਲ ਕੇ, ਏਦਾਂ ਤੇ ਖੁੱਲ ਜਾਂਦਾ ਜੀ ਹੱਥ ਦੇ ਨਾਲ। ਦੇਖੋ ਤਾਂ ਇੰਜ ਮਾੜਾ ਜਿਹਾ ਕਰੋ ਤੇ ਇਹ ਖੁੱਲਾ ਪਿਆ ਜੀ। ਹੁਣ ਮੈਂ ਇੱਥੇ ਮੁੱਠ ਰੇਤ ਦੀ ਪਾ ਜਾਵਾਂ, ਤੁਹਾਡੇ ਕੋਲ ਕੀ ਹੱਲ ਹੈ ਇਹਦਾ? पहले दिन मुठ रेत दी ना पावे तेरी मेहरबानी ते बाकी जेड़ा ना गल तेरी है पॉइंट वैलिड है। ते वैसे तुसां वेखा होवेगा भी जेड़े किराए दे ट्रैक्टर चलदे ने ट्राले अगे, तो फटाना ने ना ताला लाया हुंदा है, ताली लाई हुंदी, लेकिन आपां ने इन्नी खास जरूरत नहीं पई। लेकिन अगर ये ढक्कन वैसे कोई लग्या हुंदा ना चूड़ी वाला, तो उन्नू कोई ऑप्शन भी हुंदा ताली वाला, ते लग जावे तो बेहतर है। लेकिन ये तो डायरेक्ट ही वैसे चूड़ी वाला ढक्कन होना चाहिए मेरे ख्याल हाँ, कंपनी देना चाहिए। कंपनी ने पहले भी रिक्वेस्ट की सी बई ये जेड़ा ढक्कन वाला मामला ने, क्योंकि तू आयल सिमदा है लोग कहंदे हैगे ने। अच्छा खिच्ची साहब कोई दसन लगे जी, दसो जी। ਵੱਟੂ ਸਾਹਿਬ ਨੇ ਟਰੈਕਟਰ ਨੂੰ ਨਮਾਜ਼ ਨੂੰ ਠੱਲ ਛੱਡਿਆ ਹੈ, ਮੇਰਾ ਵੀ ਨਾਤਾ ਦੋਤਾ ਅੰਦਰ ਖੜਾ ਹੈ। ਠੀਕ ਹੈ, ਕਿਉਂਕਿ ਸਾਡੇ ਕੰਮ ਕਲੀਅਰ ਹੋ ਗਿਆ ਹੈ। ਹੁਣ ਅੱਗੇ ਕਣਕਾਂ ਗੈਸਣ ਜ਼ਮੀਨਾਂ ਵੈਸਣ ਤਾਂ ਅਸੀਂ ਇਹਨਾਂ ਨੂੰ ਫੱਡਾਂ ਨੂੰ ਪਾਉਣਾ ਹੈ। ਠੀਕ ਹੈ, ਤੇ ਨਾਤਾ ਦੋਤਾ ਇਹਨਾਂ ਰੁਕਾ ਛੱਡਿਆ ਹੈ। वरना मैं शोर्ट ना कह सकदा कि आदि ईमानदारी ना दसन बेत टाकी नहीं बजी हुंदी आ ट्रैक्टर नूं। इना क्यों नहीं सिर बनया इहदा? इना तां नहीं बनया ना, सिरा होगा ना इहदा ला दिता है भी हुणे नाप नूप के आराम नाल खड़ा होया। जदों ट्रैक्टर बवेगा जिवें बलोथानी बलों कढदा है ना, उवें अदू भी कढदा है, फिर ऐल भी कढदा है, और इत्थे सारा गंद बग्गा हुंदा है। हर बंदे ने जे जंदरी नहीं ना मारी हुंदी ते इहदे उत्ते टाकी जरूर बननी हुंदी। 240 ਤੋਂ ਲੈ ਤੇ 60 75 85 ਸਾਰੇ ਮਾਡਲਾਂ। ਅੱਛਾ ਆਸਫ ਖਿੱਚੀ ਸਾਹਿਬ, ਮਜ਼ਾਕ ਨਾਲ ਸ਼ੁਗਰ ਰਹਿ ਗਿਆ, ਕੰਪਨੀ ਨੂੰ ਚਾਹੀਦਾ ਨਹੀਂ ਫਿੰਗਰਪ੍ਰਿੰਟਸ ਵਾਲਾ ਲਾਗ ਦੇ ਦੇਵੇ ਇੱਥੇ। ਸੀਰੀਅਸ ਦੱਸੋ ਜੇ। ਹਾਂ ਨਹੀਂ, ਛੋਟੀਆਂ ਚੀਜ਼ਾਂ ਆਪਾਂ ਨੂੰ ਕੰਪਨੀ ਤਬਦੀਲ ਕਰਦੇ ਨਹੀਂ ਦੇ ਰਹੀ। ਕਿਸਾਨ ਕਿਦਾਂ ਉਹਦੇ ਕਰਲਾਈ ਜਾਂਦੇ ਆ, ਉਹ ਕਿਸਾਨਾਂ ਨੂੰ ਸਿਰਫ ਟਰੈਕਟਰ ਵੇਚੀ ਜਾਂਦੇ ਆ। ਠੀਕ ਆ, ਉਹਨਾਂ ਕਿਸਾਨਾਂ ਦੀ ਕੋਈ ਸੁਣਨੀ ਕੋਈ ਬਿਹਤਰੀ ਦੀ ਕੋਈ ਨਹੀਂ ਕਰਨੀ ਹੈ, ਉਹਨਾਂ ਸਿਰਫ ਪੈਸੇ ਪਕੜਨੇ ਹੈ। ਮੈਂ ਆਪਣੇ ਲਾਇਆ ਟਰੈਕਟਰ ਦਾ ਐਕਸਚੇਂਜ ਕਰ ਦਿੱਤਾ ਤੇ ਉਹ ਆ ਰਹੀ ਹੈ ATS ਨੂੰ ਵੀ ਆ ਰਹੀ ਹੈ, ਬੁੱਲ ਪਾਵਰ ਨੂੰ ਵੀ ਆ ਰਹੀ ਹੈ, ਚੂੜੀ ਵਾਲਾ। ਇੱਕ ਤਾਂ ਉਹ ਸ਼ੀਲਡ ਦੇ ਅੰਦਰ ਆ ਜਾਂਦਾ ਹੈ। ਠੀਕ ਹੈ, ਜਲਦੀ ਨਾਲ ਇੱਥੇ ਬੱਚੇ ਦਾ ਹੱਥ ਪੈਂਦਾ ਹੀ ਨਹੀਂ ਤੇ ਉਹਨੂੰ ਤੁਸੀਂ ਖੋਲ ਨਹੀਂ ਸਕਦੇ। ਠੀਕ ਹੈ ਨਾ, ਟੈਟ ਹੋ ਜਾਂਦਾ ਚੂੜੀ ਨਾਲ, ਨਾ ਉਹ ਲੀਕ ਹੁੰਦਾ ਹੈ, ਨਾ ਹੀ ਜਲਦੀ ਕਿਸੇ ਬੱਚੇ ਤੋਂ ਨਹੀਂ ਖੋਲਦਾ, ਤਕੜਾ ਆਦਮੀ ਖੋਲ ਸਕਦਾ ਹੈ। ਉਹਨਾਂ ਦੇ ਕੱਪ ਜਨਾਬ ਇੱਥੋਂ ਇੱਥੇ ਦਿੱਤੇ ਹੋਏ ਨੇ, ਤੇ ਇੱਥੋਂ ਉੱਚੇ ਹੁੰਦੇ ਨੇ ਉਹ ਕੱਪ, ਤਾਂ ਕਿ ਇੱਥੋਂ ਫਿਰ ਲੀਕ ਲੂਕ ਵੀ ਨਹੀਂ ਹੁੰਦੀ, ਐਲ ਡਾਲਣਾ ਵੀ ਸੌਖਾ ਹੁੰਦਾ ਹੈ। ਇਹ ਛੋਟੀਆਂ ਚੀਜ਼ਾਂ ਨੇ, ਵੈਸੇ ਇਹਨਾਂ ਨੂੰ ਸੋਚਣਾ ਚਾਹੀਦਾ, ਕਰਨਾ ਚਾਹੀਦਾ। ਇਹ ਲੋਹੇ ਦਾ ਉਹ ਕੱਪ ਜਿਹੜਾ ਐਲ ਕੱਪ, ਦੂਸਰਾ ਉਹ ਪਲਾਸਟਿਕ ਦਾ ਹੈ, ਤੇ ਤਕੜਾ ਵੀ ਇਹਦੇ ਨਾਲ ਹੈ ਤੇ ਸੇਫਟੀ ਵੀ ਹੈ। ਇਹ ਚਲੋ ਇਹ ਲੋਹਾ ਤਾਂ ਅੱਗੇ ਸਾਹਿਬ ਬਚਾਉਂਦੇ ਪਏ ਨੇ। ਆਪਣੇ ਟਰੈਕਟਰ ਪਹਿਲੇ ਤਕਰੀਬਨ 2800 ਕਿਲੋ ਦਾ ਆਉਂਦਾ ਸੀ,
ਹੁਣ ਇਹਨਾਂ 2300 ਕਿਲੋ ਦਾ ਕਰ ਦਿੱਤਾ ਹੈ, ਕਾਪੀ ਉੱਤੇ ਲਿਖਾ ਹੋਇਆ ਹੈ। ਤੇ ਇਹਨਾਂ ਲੋਹਾ ਬਚਾ ਲਿਆ, ਇੱਥੇ ਵੀ ਚਲੋ ਥੋੜਾ ਜਿਹਾ ਲੋਹਾ ਬਚਾ ਹੀ ਲਵਣ, ਇੱਥੇ ਵੀ ਪਲਾਸਟਿਕ ਲਾ ਦੇਵਣ। ਅੱਛਾ, ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ, ਜਿਸ ਤਰੀਕੇ ਆਸੋ ਬਾਈ ਦੱਸਿਆ ਹੈ ਵੀ ਮਤਲਬ ਇਹ ਟਰੈਕਟਰ ਜਦੋਂ ਚੱਲਦੇ ਨੇ ਤਾਂ ਉੱਥੋਂ ਆਇਲ ਨਿਕਲਦਾ ਹੈ, ਇੱਥੋਂ ਵੀ ਤਕਰੀਬਨ ਨਿਕਲਦਾ ਹੈ। ਤੇ ਇਹ ਮੈਂ ਇੱਕ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ ਵੀ ਇੱਕ ਹੋਰ ਵੀ ਮਸਲਾ ਹੈ, ਅਗਰ ਤੁਸੀਂ ਟਰੈਕਟਰ ਨੂੰ ਚਲਾਓਗੇ ਨਾ 1500 RPM ਤੇ ਬੜੇ ਆਰਾਮ ਨਾਲ ਚਲਾਓਗੇ ਤੇ ਨਾ ਇੱਥੋਂ ਨਿਕਲੇਗਾ ਆਇਲ ਨਾ ਹੀ ਉੱਥੋਂ ਨਿਕਲੇਗਾ। ਟਰੈਕਟਰ ਨਾਲ ਜਦੋਂ ਤੁਸੀਂ ਜ਼ਿਆਦਤੀ ਕਰਦੇ, ਓਵਰ ਰੇਸ ਦਿੰਦੇ ਨੇ, ਉਦੋਂ ਹੀ ਚਾਰੋਂ ਤਰਫ ਨਾ ਇਹ ਮਤਲਬ ਆਇਲ ਵਾਂਦਾ ਹੈ, ਵਰਨਾ ਇਹਨੇ ਆਇਲ ਕੋਈ ਨਹੀਂ ਵਾਵਣਾ। ਹੁਣ ਇਹ ਮਾਡਲ ਹੈਗਾ 2021, ਤੁਸੀਂ ਵੇਖਦੇ ਪਏ ਜਰਮਨ ਡੀਜ਼ਲ ਪੰਪ ਖੜਾ ਹੈ। ਤੇ ਮਜ਼ੇ ਦੀ ਗੱਲ ਹੈ, ਯਕੀਨ ਮੰਨੋ ਬਈ ਮੈਂ ਕੋਈ ਇਨਾਮ ਕੋਈ ਨਹੀਂ ਲੈਣਾ, ਇਹਦੇ ਜਿਹੜਾ ਡੀਜ਼ਲ ਫਿਲਟਰ ਨਹੀਂ ਇਹ ਪਹਿਲੇ ਹੈਗੇ ਨੇ ਜੈਨੂਇਨ ਕੰਪਨੀ ਵਾਲੇ ਲੱਗੇ, ਮੈਂ ਇਹਦੇ ਚੇਂਜ ਕੋਈ ਨਹੀਂ ਕੀਤੇ। ਤੇ ਇਹ ਹੁਣ ਬਾਸ ਦੋਸਤਾਂ ਆਖਣਗੇ ਪਹਿਲੇ ਬੇਵਕੂਫੀ ਕੀਤੀ ਹੈ, ਬੇਵਕੂਫੀ, ਲੇਕਿਨ ਮੈਂ ਇਹਦੇ ਜਿਹੜਾ ਨਾ ਡੀਜ਼ਲ ਉਹ ਤਕਰੀਬਨ ਜਿਹੜਾ ਨਾ ਕਪੜਾ ਰੱਖ ਕੇ ਪੁਣ ਕੇ ਪਾਣਾ ਜਾਂ ਫਿਰ ਪੰਪ ਤੋਂ ਜਾ ਕੇ ਡਲਵਾਣਾ। ਤੇ ਮੇਰਾ ਖਿਆਲ ਹੈ ਵੀ ਇਹਦੀ ਵਜ੍ਹਾ ਨਾਲ ਇਹ ਫਿਲਟਰ ਜਿਹੜੇ ਨੇ ਚੱਲਦੇ ਪਏ ਨੇ। ਤਾਂ ਹੁਣ ਵੀ ਮੈਂ ਪਿਛਲੇ ਦਿਨਾਂ ਜਿਹੜੀ ਵੀਡੀਓ ਬਣਾਈ ਆਇਲ ਚੇਂਜ ਦੀ, ਤਾਂ ਉਸ ਵੇਲੇ ਨਾ ਮੈਨੂੰ ਯਾਦ ਆ ਵੀ ਫਿਲਟਰ ਲਿਆਉਣੇ ਸਨ। ਮਿਸਤਰੀ ਚੈੱਕ ਕੀਤਾ, ਉਹਨੇ ਕਿਹਾ ਵੀ ਲੋੜ ਕੋਈ ਨਹੀਂ ਹੈਗੀ, ਹਾਲੀ ਤੋਂ ਗੁਜ਼ਾਰਾ 6 ਮਹੀਨੇ ਹੋਰ ਵੀ ਕਰ ਜਸਣ ਦੇ, ਲੇਕਿਨ ਚੇਂਜ ਕਰਨੇ ਚਾਹੀਦੇ ਨੇ। ਤੇ ਬਾਕੀ ਅਗਰ ਤੁਸੀਂ ਟਰੈਕਟਰ ਦੀ ਹਿਫਾਜ਼ਤ ਕਰੋਗੇ, ਕੋਈ ਵੀ ਟਰੈਕਟਰ ਹੈ ਨਾ ਕਿਸੇ ਵੀ ਕੰਪਨੀ ਦਾ, ਮੇਰਾ ਖਿਆਲ ਵੀ ਇੰਨੀ ਜਲਦੀ ਖਰਾਬ ਨਹੀਂ ਹੁੰਦਾ। ਤੇ ਬਾਕੀ ਕੰਪਨੀ ਨੂੰ ਚਾਹੀਦਾ, ਅਗਰ ਜ਼ਮੀਂਦਾਰ ਕਹਿੰਦੇ ਨੇ ਵੀ ਅਗਲਾ ਢੱਕਣ ਜਾਂ ਪਿਛਲਾ ਢੱਕਣ ਜਾਂ ਜਿੱਥੇ ਵੀ ਮਸਲਾ ਹੈ ਜਾਂ ਕੋਈ ਉਹਨਾਂ ਦੀ ਡਿਮਾਂਡ ਹੈ ਤਾਂ ਕੰਪਨੀ ਪੂਰਾ ਕਰੇ, ਕਿਉਂਕਿ ਕਿੱਥੇ 2800 kg ਤੇ ਕਿੱਥੇ ਹੁਣ 2300 kg। ਤੇ ਮੇਰਾ ਖਿਆਲ ਹੈ ਵੀ ਟਰੈਕਟਰ ਜਿਹੜਾ ਨਾ ਵਧੀਆ ਚੱਲਣਗੇ। ਤੇ ਆ ਤੁਹਾਡੇ ਹੁਣ ਸਾਹਮਣੇ ਹੀ ਹੈ ਜੋ ਇਸ ਦੀ ਸੂਰਤ ਹਾਲ ਹੈ। ਗੱਲ ਪਤਾ ਕਿ ਅਗਰ ਤੁਸੀਂ ਜਿਸ ਤਰ੍ਹਾਂ ਟਰੈਕਟਰ ਚਲਾਉਂਦੇ ਹੋ, ਹਰ ਬੰਦਾ ਤੇ ਇਸ ਨੇ ਨਹੀਂ ਚਲਾ ਸਕਦਾ। ਹਾਂ, ਨਹੀਂ ਮੈਂ ਤਾਂ ਗੱਲ ਪਹਿਲੇ ਕੀਤੀ ਮਾਰਨਾ ਪੈ ਸਕਦਾ ਹੈ। ਹਾਂਜੀ ਠੀਕ ਹੈ, ਬਾਕੀ ਕੰਪਨੀਆਂ ਵੀ ਹੈ ਨੇ, ਸਭ ਤੋਂ ਵੱਡੀ ਤਕਰੀਬਨ ਸਾਡੇ ਕੋਲ ਹੈ ਹੀ ਕੰਪਨੀ ਹੈ, ਅਸੀਂ ਨਹੀਂ ਕਹਿੰਦੇ ਬਹੁਤ ਬੁਰੀ ਹੈ, ਪਰ ਉਹਨਾਂ ਨੂੰ ਚਾਹੀਦਾ ਹੁਣ ਜ਼ਿਮੀਂਦਾਰ ਦੇ ਕੁਝ ਪੁਆਇੰਟਸ ਕੀ ਚਾਹੁੰਦੇ ਨੇ ਵੱਡੇ, ਬਹੁਤੀ ਵੱਡੀ ਤਬਦੀਲੀ ਨਹੀਂ। ਹਾਂ ਨਹੀਂ, ਇਹ ਮਾਮੂਲੀ ਹੈ, ਇੰਨੀ ਕਹੀਂ ਨਹੀਂ ਵੱਡੀ ਕਰਨੀ, ਕੋਈ ਨਾ ਵੱਡੀ ਕਰਨ, ਛੋਟੀ ਛੋਟੀ ਜੀ ਤੇ ਕਰ ਦੋ ਯਾਰ, ਵੱਡੀ ਨਹੀਂ ਕਰ ਸਕਦੇ। ਜਿਸ ਤਰੀਕੇ ਹੁਣ ਆਪਣੇ ਮੁਲਕ ਹੋਰ ਵੀ ਟਰੈਕਟਰ ਕੰਪਨੀਆਂ ਦੇ ਆਏ ਨੇ, 80 ਆਇਆ, ਉਹਨਾਂ ਮੇਰੇ ਖਿਆਲ ਕੀਤੀ ਹੋਈ ਹੈ ਤਬਦੀਲੀ। ਇਸ ਤੋਂ ਇਲਾਵਾ ਇੱਕ ਹੋਰ ਬੜਾ ਅਫਜ਼ਲ ਭੁੱਟੋ ਸਾਹਿਬ ਮਸਲਾ ਹੈ, ਹੁਣ ਇਹਨੂੰ ਨਾ ਕੋਈ ਲਾਕ ਸੋਚ ਨਹੀਂ ਹੈਗਾ। ਜਿਸ ਤਰ੍ਹਾਂ ਮਤਲਬ ਮੋਟਰਸਾਈਕਲ ਤੁਸੀਂ ਲਾਕ ਕਰਕੇ ਤੇ ਚੱਲ ਜਾਂਦੇ ਨਾ, ਸੋਚ ਚਾਬੀ ਕੋਈ ਵੀ ਮਤਲਬ ਲਾ ਸਕਦੇ, ਇਹਨੂੰ ਕੋਈ ਵੀ ਇਹ ਦਾਤਰੀ ਨਾਲ ਵੀ ਸਟਾਰਟ ਹੋ ਜਾਂਦਾ। ਠੀਕ ਹੈ, ਇਹਦਾ ਵੀ ਕੋਈ ਆਪਸ਼ਨ ਹੋਣਾ ਚਾਹੀਦਾ। ਨਹੀਂ, ਉਸ ਤੋਂ ਇਲਾਵਾ ਵੈਸੇ ਹੀ ਡਾਇਰੈਕਟ ਸਲੋ ਮਾਰੋ, ਜਿਨਾ ਲੋਹੇ ਦੀ ਕੋਈ ਪਿੰਨ ਕੱਢੋ, ਸਲੋ ਮਾਰ ਕੇ ਤੁਸੀਂ ਲਿਜਾ ਸਕਦੇ ਹੋ। ਇਹ ਕੋਈ ਸੇਫਟੀ ਹੋਣੀ ਚਾਹੀਦੀ ਕਿ ਨਹੀਂ? ਹਾਂ, ਸੇਫਟੀ ਬਿਲਕੁਲ ਜ਼ਰੂਰੀ ਹੋਣੀ ਚਾਹੀਦੀ ਹੈ। ਅੱਛਾ, ਸੇਫਟੀ ਤਾਂ ਮੇਰੇ ਖਿਆਲ ਕਿਸੇ ਟਰੈਕਟਰ 'ਚ ਵੀ ਕੋਈ ਨਹੀਂ ਇਸ ਤਰ੍ਹਾਂ ਦੀ, ਕਿਸੇ ਕੰਪਨੀ ਨੇ ਕੋਈ ਸੇਫਟੀ ਨਹੀਂ ਹੈ। ਤੁਹਾਨੂੰ ਮੈਂ ਦੱਸਦਾ, ਕਿਉਂਕਿ ਸਾਡਾ ਮੇਨ ਡੀਲਰ ਜਿਹੜਾ ਮੇਨ ਮਤਲਬ ਮਾਰਕੀਟ ਲੀਡਰ, ਇਹਨੇ ਨਹੀਂ ਬਣਾਉਣੀ, ਫਿਰ ਦੂਸਰਿਆਂ ਵੀ ਕਹਿਣਾ ਇਹ ਚੱਲਣ ਡਿਆ ਇੰਜ ਹੀ ਚਲਾਓ, ਇੰਜ ਹੁੰਦਾ ਨਾ। ਅਗਰ ਇਹ ਤਬਦੀਲੀ ਕਰੇਗੀ ਤੇ ਨਾਲ ਦੂਸਰਿਆਂ ਨੂੰ ਕਰਨੀ ਪੈਣੀ ਹੈ। ਅਗਰ ਉਹ ਕਰਨਗੇ, ਇਹਨਾਂ ਦੀ ਕੋਈ ਮਜਬੂਰੀ ਨਹੀਂ, ਉਹਨਾਂ ਪਤਾ ਸਾਡੇ ਵਿਕਣ ਡੇ ਨੇ। ਬਾਕੀ ਜ਼ਮੀਨਦਾਰ ਦੀ ਹੁਣ ਇਹਨਾਂ ਸੋਚਣੀ ਪੈਣੀ ਹੈ ਜੀ। ਗੱਲ ਪਤਾ ਕੀ ਹੈ, ਜ਼ਮੀਨਦਾਰ ਦੀ ਹੁਣ ਇਹਨਾਂ ਸੋਚਣੀ ਪੈਣੀ ਹੈ ਵੀ ਜ਼ਮੀਨਦਾਰ ਕੀ ਕਹਿੰਦਾ ਪਿਆ। ਠੀਕ ਹੈ, ਇਹਨਾਂ ਨੂੰ ਸੁਣਨੀ ਪੈਣੀ ਹੈ। ਅਗਰ ਅਸੀਂ ਆਨੇ ਆ ਸਭ ਤੋਂ ਵੱਡੀ ਕੰਪਨੀ ਹੈ ਸਾਡੀ, ਸਮਝ ਲਓ ਇਹਦੇ ਨਾਲ ਸ਼ਾਨ ਹੈ, ਪਾਕਿਸਤਾਨ ਦੀ ਪਹਿਚਾਣ ਹੈ ਇੱਕ ਮਿਲਰ ਟਰੈਕਟਰ। ਮੈਨੂੰ ਤਕਰੀਬਨ ਜਿੰਨੀ ਕੁ ਮੈਂ ਇਹਨਾਂ ਦੀ ਪ੍ਰਮੋਸ਼ਨ ਕਰਦੀ ਨਾ ਮਿਲਰ ਦੀ, ਮੇਰੇ ਤੋਂ ਵੱਡੀ ਕਿਸੇ ਨੇ ਨਹੀਂ ਕੀਤੀ, ਕਿਉਂਕਿ ਮੈਂ ਮਾਰਕੀਟ ਹੁੰਦਾ ਭਾਈ ਅਫਜ਼ਲ ਭੁੱਟੋ ਸਾਹਿਬ। ਜਿੰਨੀ ਕੁ ਮੈਂ ਇਹਦੀ ਵੀਡੀਓ ਪਾਈ ਹੈ ਤੇ ਜਿੰਨੀ ਕੁ ਮੇਰਾ ਚੈਨਲ ਤੁਸੀਂ ਚੈੱਕ ਕਰ ਸਕਦੇ ਹੋ। ਠੀਕ ਹੈ, ਤੇ ਜਿੰਨੇ ਕੁ ਹੁਣ ਮੈਨੂੰ ਬੈਡ ਕਮੈਂਟ ਮਿਲਦੇ ਨੇ, ਜਿੱਦਣ ਮੈਂ ਮਿਲਰ ਦੀ ਵੀਡੀਓ ਪਾਦਾ ਮੈਂ ਥੋੜਾ ਜਿਹਾ ਕਿਉਂ ਸਾਡਾ ਟਲ ਗਿਆ, ਜਿੰਨੇ ਕੁ ਮੈਨੂੰ ਬੈਡ ਕਮੈਂਟ ਮਿਲਦੇ ਨੇ, ਹਰ ਬੰਦਾ ਉਹਨੇ ਰੱਖਿਆ ਵੀ ਘਰ ਮਿਲਤ ਹੋਏਗਾ, ਥੱਲੇ ਕਮੈਂਟ ਕਰੇਗਾ ਇੰਜ ਦੀ ਮਿਲਤ, ਇੰਜ ਦੀ। ਮੈਂ ਯਾਰ ਤੁਸੀਂ ਕੋਈ ਮਸਲਾ ਹੈ ਤੁਹਾਡੇ ਨਾਲ ਦੱਸੋ, ਅਸੀਂ ਕੰਪਨੀ ਨੂੰ ਜਾ ਕੇ ਦੱਸੀਏ। ਅੱਛਾ ਵਾਲਾ ਸਾਹਿਬ, ਸ਼ੁਗਲ ਚ ਨਾ ਗੱਲ ਪਾਇਓ ਜੇ, ਜਦੀਦ ਟੈਕਨੋਲੋਜੀ ਦਿੱਤੀ ਤੇ ਆ ਉਹਨਾਂ ਨੇ ਹੁਣ ਡਿਲੈਕਸ ਮਾਡਲ ਦੇ ਵਿੱਚ, ਦੇਖੀ ਨਹੀਂ ਤੁਸੀਂ ਚਾਰਜਰ ਵਾਲੀ ਪੋਰਟ ਲਾਈ ਹੋਈ ਹੈ ਯਾਰ, ਉਹ ਬਹੁਤੀ ਜਦੀਦ ਦਿੱਤੀ ਹੈ ਨਾ। ਉਹਦੀ ਜਦੀਦ ਕੀ ਕਰਨੀ ਹੈ? ਮੇਰੇ ਗੱਲ ਨੂੰ ਸ਼ੁਗਲ ਚ ਪਾ ਲੈਂਦੇ ਯਾਰ, ਹੁਣ ਜਦੀਦ ਨਵੀਂ ਟੈਕਨੋਲੋਜੀ ਇਸ ਤੋਂ ਬਾਅਦ ਕੀ ਦੇ ਦੇਣ ਉਹ। ਬਾਕੀ ਭੱਟੂ ਸਾਹਿਬ ਗੱਲ ਇਹ ਆ ਵੀ ਪਛੇ ਭੱਟੀ ਸਾਹਿਬ ਕਹਿੰਦੇ ਮੇਰੇ ਤੋਂ ਬੜਾ ਕੋਈ ਯੂਜ਼ਰ ਨਹੀਂ ਹੈਗਾ ਮੈਸੀ ਦਾ, ਤੇ ਤੁਸੀਂ ਇਹ ਗੱਲ ਕਹਿੰਦੇ ਹੋ ਜੀ ਮੇਰੇ ਤੋਂ ਜ਼ਿਆਦਾ ਪ੍ਰਮੋਸ਼ਨ ਨਹੀਂ ਕੀਤੀ ਮੈਸੀ ਦੀ ਕਿਸੇ ਨੇ। ਪਸੰਦ ਤੁਸੀਂ ਵੀ ਮੈਸੀ ਨਹੀਂ ਕਰਦੇ ਤੇ ਪਸੰਦ ਭੱਟੀ ਸਾਹਿਬ ਵੀ ਨਹੀਂ ਕਰਦੇ, ਇਹਦੀ ਕੀ ਵਜ੍ਹਾ ਹੈ? ਮੈਂ ਮੈਸੀ ਕਿਉਂ ਨਹੀਂ ਪਸੰਦ ਕਰਦਾ? ਮੇਰੀ ਪ੍ਰੋਫਾਈਲ ਫੋਟੋ ਚੈੱਕ ਕਰ ਲਓ ਆਪਣਾ ਚੈਨਲ ਪੀ ਕੇ, ਮੈਸੀ ਤੇ ਲੱਗੀ ਹੈ। ਮੈਂ ਮੇਰੇ ਜਿੰਨਾ ਵੱਡਾ ਲਵਰ ਇਹਦਾ ਕਿਹੜਾ, ਪਰ ਮੈਨੂੰ ਦੁੱਖ ਹੁੰਦਾ ਨਾ ਯਾਰ ਜਦੋਂ ਇਹੋ ਜਿਹੇ ਕੰਮ ਸਾਡੀ ਨਹੀਂ ਸੁਣਨੀ ਕੰਪਨੀ, ਤੇ ਫਿਰ ਕਿਹਦੀ ਸੁਣਨੀ? ਏਦਾਂ ਤੇ ਸ਼ੇਪ ਭੱਟੀ ਨੇ ਵੀ ਲੈ ਕੇ ਡੱਕਿਆ ਵਾ ਰੋਲਾ ਤੇ, ਤੁਸੀਂ ਜਿਹੜਾ ਮੇਰਾ ਮਾਰ ਦਿੱਤਾ ਹੈ ਕਿ ਮੈਨੂੰ ਲੋਕ ਬੈਡ ਕਮੈਂਟ ਕਰਦੇ ਨੇ ਤੇ ਮੈਂ ਵੀਡੀਓ ਪਾਉਣੀਆਂ ਛੱਡ ਦਿੱਤੀਆਂ। ਇਹ ਮੇਰਾ ਕੰਪਨੀ ਦਾ ਕਿ ਮਸ਼ਵਰਾ, ਮੇਰਾ ਸਭ ਤੋਂ ਪਹਿਲਾਂ ਚੈਨਲ ਚੈੱਕ ਕਰਨ, ਬਾਕੀ ਮੈਂ ATS ਦੀ ਵੀ ਪਾਉਣਾ, ਬਾਕੀ ਟਰੈਕਟਰਾਂ ਦੇ ਵੀ ਪਾਉਣਾ, ਉਹਨਾਂ ਦੇ ਕਦੀ ਥੱਲੇ ਬੈਡ ਕਮੈਂਟ ਕਿਉਂ ਨਹੀਂ ਆਇਆ? ਇਹ ਕੰਪਨੀ ਨੂੰ ਸੋਚਣਾ ਚਾਹੀਦਾ ਵੀ ਇਹ ਕਿਉਂ ਬੰਦੇ ਹੁਣ ਬੈਡ ਕਮੈਂਟ ਕਰਨ ਲੱਗ ਪਏ ਨੇ। ਪਹਿਲਾਂ ਸਭ ਤੋਂ ਜ਼ਿਆਦਾ ਮਸ਼ਹੂਰੀ ਵੀ ਇਹਦੀ ਹੈ। ਠੀਕ ਹੈ, ਬਹੁਤ ਲਾਈਕ ਕਰਦੇ ਨੇ ਇਹਨੂੰ, ਤੇ ਉਹਨੇ ਹੀ ਹੁਣ ਜਿਹੜੇ ਇਹਨਾਂ ਨੇ ਬੈਡ ਕਮੈਂਟ ਕਰਦੇ ਪਏ ਨੇ, ਇਹ ਕੰਪਨੀ ਨੂੰ ਸੋਚਣਾ ਚਾਹੀਦਾ ਕੋਈ ਐਸੀ ਚੀਜ਼ ਵਿਖਾਉਣੀ ਪੈਣੀ ਹੈ ਵੀ ਅਸੀਂ ਮਿਲਤ ਹੈ ਵਾ ਪਾਕਿਸਤਾਨ ਦੇ ਵਿੱਚ।
ਠੀਕ ਹੈ ਨਾ, ਬਹੁਤ ਵੱਡੀ ਕੰਪਨੀ ਕਰ ਵੀ ਸਕਦੀ ਹੈ, ਇਹਦੇ ਕੋਲ ਸਾਰੇ ਇਖਤਿਆਰ ਹੈ ਤੇ ਇਹਦੇ ਕੋਲ ਇਹ ਇੰਨਾ ਜਿਗਰਾ ਵੀ ਰੱਖਦੀ ਹੈ ਵੀ ਅਸੀਂ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਈਏ। ਅੱਛਾ ਵੱਟੂ ਸਾਹਿਬ, ਜਿਹੜੀ ਗੱਲ ਵਾਲਾ ਸਾਹਿਬ ਕਹਿੰਦੇ ਆ ਤੁਸੀਂ ਵੀ ਮੈਸੇਜ ਯੂਜ਼ ਕਰਦੇ ਹੋ, ਜੈਨੂਇਨ ਗੱਲਾਂ ਨੇ ਇਹਨਾਂ ਦੀਆਂ? ਬਿਲਕੁਲ ਬਜਾਬ ਫਰਮਾਉਂਦੇ ਪਏ, ਬਿਲਕੁਲ ਸਹੀ ਨੇ। ਹਾਂਜੀ ਆਸਫ ਸਾਹਿਬ, ਤੁਸੀਂ ਵੀ ਚੰਗੇ ਜ਼ਿਮੀਦਾਰ ਹੋ, ਸਮਝਦੇ ਹੋ ਜੀ? ਬਿਲਕੁਲ ਤਕੜੇ ਹੋ ਕੇ ਗੱਲ ਦੱਸੋ, ਜੇ ਝੂਠਾ ਤੇ ਕੂੜਾ ਤੇਰੇ ਮੂੰਹ ਤੇ ਦੱਸੋ। ਨਹੀਂ ਜੀ, ਆਪਣਾ ਜਿਹੜੇ ਭਾਈ ਦੀ ਗੱਲ ਕਰ ਰਹੇ ਨੇ ਨਾ, ਬਿਲਕੁਲ ਵੇਲਾ ਸਾਹਿਬ, ਤੇ ਇਹ ਬਿਲਕੁਲ ਠੀਕ ਕਰ ਰਹੇ ਤੇ ਨੇ। ਵੇਲਾ ਸਾਹਿਬ ਸਹੀ ਕਹਿੰਦੇ ਨੇ? ਹਾਂ, ਇਹ ਬਿਲकुल नहीं सही कह रहे हैं। ਅੱਛਾ ਜੀ। दूसरा ये कि ਅਸੀਂ ਤਾਂ ਫਿਰ ਚਲਾ ਰਹੇ ਹਾਂ, ਯੂਜ਼ਰ ਹੈ, ਉਹ ਕਿਵੇਂ ਐਡੇ ਸੀ ਤੇ ਟਰੈਕਟਰਾਂ ਦੇ ਬਣਨ ਲੱਗੇ ਆ, ਤੇ ਬੜਾ ਅੱਛੀ ਤਰ੍ਹਾਂ ਇਹਨਾਂ ਨੂੰ ਜਾਣਦੇ। ਆਸਫ ਭਾਈ, ਸਾਨੂੰ ਜਿਹੜੀ ਤਕਲੀਫ ਹੁੰਦੀ ਹੈ ਚਲਾਉਣ ਵਿੱਚ, ਅਸੀਂ ਮੁੜੋ ਮਹਿਸੂਸ ਵੀ ਕਰਨੇ ਆ, ਉਹ ਮੁੜ ਅਸੀਂ ਦੱਸਣੇ ਵੀ ਹੈ। ਜੇ ਅਗਰ ਇਹਦੀ ਕੋਈ ਤਕਲੀਫ ਸਾਨੂੰ ਜਿਹੜੀ ਹੁੰਦੀ ਹੈ ਤਾਂ ਅਸੀਂ ਦੱਸਣੇ ਆ, ਤੇ ਲੋਕ ਪਤਾ ਕੀ ਕਹਿੰਦੇ ਨੇ ਵੀ ਮੈਸੀ ਤੋਂ ਰੱਖਾ ਹੋਇਆ ਹੈ, ਮੈਸੀ ਬਾਰੇ ਗੱਲਾਂ ਕਰਨਾ। ਇਹ ਗੱਲ ਇਹ ਵੀ ਸਾਡੀ ਹਿੰਮਤ ਹੈ ਨਾ, ਕਮੈਂਟ ਕਰਦੇ ਨੇ ਥੱਲੇ। ਇਹ ਵੀ ਸਾਡੀ ਹਿੰਮਤ ਹੈ ਨਾ ਕਿ ਅਸੀਂ ਪੈਸੇ ਭਰੇ, ਇਹਦਾ 34 ਲੱਖ ਰੁਪਇਆ ਭਰਾ ਹੈ ਜੀ, 65,000 ਠੀਕ ਹੈ ਨਾ? 34 ਲੱਖ 65,000। ਹਾਂ ਜੀ, ਇਹਦੇ ਪੈਸੇ ਭਰੇ ਨਾ, ਕੋਈ ਆਦੀ ਚੀਜ਼ ਨੂੰ ਗੰਦਾ ਕਿਉਂ ਆਂਦਾ ਹੈ? ਲੇਕਿਨ ਪਾਕਿਸਤਾਨ ਦੇ ਵਿੱਚ ਤਾਂ ਟ੍ਰੈਂਡ ਬਣਾ ਹੋਇਆ ਕਿ ਜਿਹੜਾ ਨਾ, ਤੁਸੀਂ ਅਗਰ ਕਿਸੇ ਮੈਸੀ ਵਾਲੇ ਨੂੰ ਆਖ ਦਿਓ ਵੀ ਟਰੈਕਟਰ ਇੱਥੋਂ ਹੀ ਗਲਤ ਹੈ ਤਾਂ ਉਹ ਤੁਹਾਡੇ ਗਲ ਪੈ ਜਾਏਗਾ। ਫੀਟ ਲਵਰ ਨੂੰ ਕਿਸੇ ਨੂੰ ਆਖ ਦਿਓ ਕਿ ਫੀਟ ਨੂੰ ਇਹ ਮਸਲਾ ਹੈ ਤਾਂ ਉਹ ਤੁਹਾਡੇ ਗਲ ਪੈ ਜਾਏਗਾ, ਬਲਕਿ ਅੱਗੂ ਤੁਹਾਨੂੰ ਦੱਸੇਗਾ ਨਹੀਂ, ਇਸ ਆਵਾਜ਼ ਨੂੰ ਉਠਾਵੇਗਾ ਨਹੀਂ ਕਿ ਹਾਂ ਫੀਟ ਵਿੱਚ ਜਾਂ ਮੈਸੀ ਵਿੱਚ ਇਹ ਤਬਦੀਲੀ ਕਰਨੀ ਚਾਹੀਦੀ ਹੈ। ਉਹ ਅਸੀਂ ਨਹੀਂ, ਇਹ ਠੀਕ ਹੈ, ਤੂੰ ਗਲਤ ਹੈ। ਅੱਛਾ, ਤੁਹਾਡੇ ਕਹਿਣ ਦਾ ਮਤਲਬ ਹੈ ਤੁਸੀਂ ਇਹਨੂੰ ਬੁਰਾ ਨਹੀਂ ਕਹਿ ਰਹੇ, ਤੁਸੀਂ ਕਹਿ ਰਹੇ ਸ਼ੈ ਚੰਗੀ ਆ, ਲੇਕਿਨ ਇਹਨੂੰ ਚੰਗਾ ਕਰਨ ਜਿਹੜੀਆਂ ਇਹਦੀਆਂ ਖਾਮੀਆਂ ਦੂਰ ਕਰਦੇ। ਛੋਟੀਆਂ ਕਰਨੀਆਂ ਬਣਦੀਆਂ ਨੇ ਚੀਜ਼ਾਂ ਨੇ। ਆਸਫ ਭਾਈ, ਇੱਕ ਬਹੁਤ ਵੱਡਾ ਇੱਕ ਮਜ਼ੀਦ ਮੁੱਦਾ ਹੈ ਇਹਦਾ। ਹਾਂਜੀ, ਕਿਉਂਕਿ ਮੈਂ ਜ਼ਿਆਦਾਤਰ ਜਿਹੜੇ ਲੋਕਾਂ ਦੇ ਰਿਵਿਊ ਸੁਣੇ ਨੇ, ਫੀਡਬੈਕ ਲਏ ਨੇ, ਕਿਉਂਕਿ ਚੈਨਲ ਤੇ ਨਾਲ ਪਤਾ ਲੱਗਦਾ ਜ਼ਿਮੀਂਦਾਰ ਕੀ ਚਾਹੁੰਦੇ ਨੇ ਤੇ ਕੀ ਇਹਦੇ ਚ ਆ ਰਹੇ ਨੇ ਮਸਲੇ। ਤੁਸੀਂ ਜ਼ਿਮੀਂਦਾਰ ਮੇਰੇ ਤੋਂ ਜ਼ਿਆਦਾ ਤਕਰੀਬਨ ਇਸਤੇਮਾਲ ਕਰ ਚੁੱਕੇ ਮੈਸੀ ਟਰੈਕਟਰ। ਅਫਜ਼ਲ ਭੱਟੂ ਸਾਹਿਬ ਨੇ ਸਾਡੇ ਨਾਲ ਤਕਰੀਬਨ ਇਹ ਵੀ ਮੈਸੀ ਕਾਫੀ ਦੇਰ ਤੋਂ ਇਸਤੇਮਾਲ ਕਰਦੇ ਪਏ ਨੇ। ਇੱਕ ਇਹਦਾ ਬਹੁਤ ਵੱਡਾ ਜਿਹੜਾ ਮਸਲਾ ਹਰ ਜ਼ਿਮੀਂਦਾਰ ਨੂੰ ਕਹਿੰਦੇ ਜੀ, ਖਰਚਾ ਬਹੁਤ ਜ਼ਿਆਦਾ ਕਰ ਰਿਹਾ ਹੈ, ਫਿਊਲ ਐਫੀਸ਼ੀਐਂਸੀ ਇਹਦੀ ਬਹੁਤ ਤਕਰੀਬਨ ਜ਼ਿਆਦਾ ਹੈ, ਬਿਲਕੁਲ ਤੇਲ ਬਹੁਤ ਖਾਂਦਾ ਹੈ, ਫਿਊਲ ਐਫੀਸ਼ੀਐਂਟ ਤਾਂ ਨਹੀਂ ਹੈਗਾ ਜੀ। ਤੇ ਇਹ ਮਜ਼ੀਦ ਇਹਨਾਂ ਕੋਲ ਪੁੱਛਦੇ ਜ਼ਿਮੀਂਦਾਰ ਸਾਡੇ ਨਾਲ ਮੌਜੂਦ ਹੈ। ਆਸਫ ਭਾਈ ਲੱਗੇ ਆ ਜਿਹੜਾ ਦੱਸੋ। ਅੱਛਾ, ਪਹਿਲੇ ਤਾਂ ਮੈਂ ਆਪਣੇ ਵੀਰ ਭਰਾ ਨੂੰ ਦੱਸਦਾ ਚੱਲਾਂ ਵੀ ਕੁਝ ਇਹਦੇ ਚ ਖੂਬੀਆਂ ਹੈਗੀਆਂ ਨੇ, ਕੁਝ ਖਾਮੀਆਂ ਨੇ। ਪਹਿਲੇ ਤੇ ਜੋ ਜ਼ਿਮੀਂਦਾਰ ਵੇਖਦਾ ਹੈ ਨਾ ਟਰੈਕਟਰ ਦੇ ਬਾਰੇ, ਖਾਸ ਕਰਕੇ ਮੈਸੀ ਲੈਂਦਾ ਕਿਉਂ ਹੈ, ਉਹਨੇ ਵਾਲੀ ਟਰੈਕਟਰ ਲਿਆ ਨਹੀਂ ਹੁੰਦਾ ਤਾਂ ਪਹਿਲੇ ਆਂਦਾ ਵੀ ਮੈਂ ਇਸ ਵਾਸਤੇ ਲੈਂਦਾ ਵੀ ਮੈਨੂੰ ਵੇਚਣਾ ਹੈ। ਸੇਲ ਪਰਚੇਜ਼ ਇਹ ਪਹਿਲੇ ਨੰਬਰ ਤੇ ਇਹਦੀ, ਪਹਿਲੇ ਨੰਬਰ, ਜਿਹਦੀ ਵਜ੍ਹਾ ਨਾਲ ਜ਼ਮੀਂਦਾਰ ਹਟ ਕੇ ਇੱਧਰ ਆਂਦਾ ਹੈ। ਫਿਰ ਦੂਸਰੇ ਨੰਬਰ ਤੇ ਜ਼ਮੀਂਦਾਰਾਂ ਦਾ ਕਹਿਣਾ ਹੈ ਵੀ ਜਦੋਂ ਤੁਸੀਂ ਆਲੂ ਲਾਉਣਾ ਜਾਂ ਕੋਈ ਵੀ ਪਲਾਟ ਤਿਆਰ ਕਰਨਾ ਹੈ, ਇਹ ਸਪੀਡ ਮਾਰਦਾ ਹੈ ਤੇ ਸਪੀਡਾਂ ਨਾਲ ਮਤਲਬ ਕੰਮ ਕਰਦਾ, ਨਵੇੜਾ ਜ਼ਿਆਦਾ ਕਰਦਾ ਹੈਗਾ। ਹਲ 13 ਫਾਲੇ ਪੈ ਜਾਂਦਾ, ਇਹਦੇ ਪਿੱਛੇ 11 ਵੀ ਪਾ ਦਿੰਦੇ ਨੇ, ਤੇ ਇਹ ਦੋ ਚੀਜ਼ਾਂ ਇਹਦੀਆਂ ਵਧੀਆਂ ਨੇ ਜਿਹਦੀ ਵਜ੍ਹਾ ਨਾਲ ਜ਼ਮੀਂਦਾਰ ਇਹਦੇ ਪਿੱਛੇ ਹੈ। ਤੇ ਜਿਹੜੀ ਹੈਗੀ ਆਇਲ ਵਾਲਾ ਡੀਜ਼ਲ ਵਾਲਾ ਖਰਚਾ ਇਹ ਬਹੁਤ ਜ਼ਿਆਦਾ ਹੈ ਇਹਦਾ। ਮੈਂ ਤਕਰੀਬਨ ਟੈਂਕੀ ਨਾ ਕਾਫੀ ਵੀਡੀਓ ਮੇਰੇ ਚੈਨਲ ਤੇ ਪਈਆਂ ਨੇ, ਫੁੱਲ ਕਰਕੇ ਇਹਨਾਂ ਨਿਚੋੜ ਕੱਢਿਆ, ਹਾਲਤ ਇਹਨਾਂ ਤਕਰੀਬਨ 4 ਲੀਟਰ ਜਿਹੜਾ ਡੀਜ਼ਲ ਪੀ ਜਾਂਦਾ ਹੈ, ਤੇ ਡਿਸਕਾਂ ਜਿਹੜੀਆਂ 18 ਥਾਲੀ ਨੇ 3.5 ਲੀਟਰ ਪੀ ਜਾਂਦਾ, ਤੇ ਜਿਹੜਾ ਰੋਟਰ ਹੈ ਉੱਥੇ ਤੇ ਫਿਰ ਅਖੀਰ ਕਰ ਦਿੰਦਾ 10 ਤੋਂ 12 ਲੀਟਰ ਜਿਹੜਾ ਨਾ। ਇਹ ਪਿਛਲੀ ਵਾਰ ਆਪਾਂ ਆਲੂ ਦੀ ਮਤਲਬ ਇਹ ਜ਼ਮੀਨ ਤਿਆਰ ਕੀਤੀ ਸੀ, ਇਹਨਾਂ ਆਖਿਆ ਮੈਂ 12 ਤੋਂ ਘੱਟ ਨਹੀਂ ਪੀਣੇ ਨੇ, 12 ਲੀਟਰ ਪੀ ਗਿਆ। ਸਮਝ ਨਹੀਂ ਆਉਂਦੀ, ਬਾਅਦ ਦੋਸਤ ਕਹਿੰਦੇ ਨੇ ਸਾਡਾ 8 ਪੀਂਦਾ ਹੈ, ਲੇਕਿਨ ਮੇਰੇ ਟਰੈਕਟਰ ਨੇ ਉਸ ਦਿਨ 12 ਲੀਟਰ ਪੀਤਾ ਸੀ। ਹੁਣ ਹੋ ਸਕਦਾ ਕੋਈ ਜ਼ਮੀਨ ਜਿਹੜੀ ਉਹਦੇ 'ਚ ਪੱਥਰ ਜ਼ਿਆਦਾ ਹੋਵੇ, ਲੋਡ ਇਹਨੇ ਜ਼ਿਆਦਾ ਲਿਆ ਹੋਵੇ, ਤੇ ਇਹ ਜਿਹੜਾ ਡੀਜ਼ਲ ਜ਼ਿਆਦਾ ਪੀ ਗਿਆ ਹੋਵੇ। ਲੇਕਿਨ ਆਮ ਅਗਰ ਰੋਡ ਤੇ ਆਪਾਂ ਇਹਨੂੰ ਚੈੱਕ ਕੀਤਾ, ਉੱਥੇ ਵੀ ਇਹਨੇ ਮਤਲਬ ਇਹਨਾਂ 3 ਕਿਲੋਮੀਟਰ 1 ਲੀਟਰ ਨਾਲ ਕੀਤੇ ਸਨ, ਤੇ ਇਹਦੇ ਮੱਦੇ ਮੁਕਾਬਲੇ ਮੈਂ ਗਾਜ਼ੀ ਨੂੰ ਚਲਾਇਆ ਸੀ, ਉਹਨੇ 4 ਕੀਤੇ ਸਨ। ਤੇ ਰੂਸੀ ਟਰੈਕਟਰ ਵੀ ਉਹ ਵੀ ਤਕਰੀਬਨ ਕੰਪਨੀ 4 ਆਖਦੀ, ਉਹ 4 ਹੀ ਕਰ ਜਾਂਦਾ ਹੈ 1 ਲੀਟਰ ਨਾਲ 4 ਕਿਲੋਮੀਟਰ ਰੋਡ ਤੇ। ਜੀ ਇਹ ਵੱਟੂ ਸਾਹਿਬ ਨੇ ਆਪਣੀ ਐਕਸਪੀਰੀਅੰਸ ਸ਼ੇਅਰ ਕੀਤਾ, ਆਪਣੀ ਰਾਏ ਦਿੱਤੀ ਆ। ਅੱਛਾ ਆਓ ਜੀ ਕਿਚੀ ਸਾਹਿਬ ਇੱਥੇ ਆਓ, ਦੱਸੋ ਜੀ ਤੁਹਾਡਾ ਕੀ ਕਹਿਣਾ ਇਹਦੇ ਬਾਰੇ। ਇਹ ਨਾ ਆਪਾਂ ਹੁਣ ਮੁਕਾਮੀ ਟਰੈਕਟਰ ਤੇ ਚਲਾ ਰਹੇ ਹਾਂ, ਮੈਂ ਇੱਥੇ ਇੱਕ ਗੱਲ ਹੋਰ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਆਪਾਂ ਸਾਰੇ ਯੂਟਿਊਬਰ ਕੋਸ਼ਿਸ਼ ਕਰਦੇ ਹਾਂ ਵੀ ਨਵੀਂ ਕੋਈ ਕੰਪਨੀ ਪਾਕਿਸਤਾਨ ਵਿੱਚ ਆਉਂਦੀ ਉਹਨੂੰ ਪ੍ਰਮੋਟ ਵੀ ਕਰਦੇ ਹਾਂ, ਔਰ ਕੋਸ਼ਿਸ਼ ਕਰਦੇ ਹਾਂ ਵੀ ਉਹਦਾ ਹਰ ਫੀਚਰ ਕਿਸਾਨਾਂ ਨੂੰ ਦੱਸੀਏ, ਔਰ ਉਸ ਟਰੈਕਟਰ ਤੋਂ ਆਪਾਂ ਫਾਇਦਾ ਕਿਵੇਂ ਉਠਾ ਸਕਦੇ ਹਾਂ ਨਵੀਂ ਟੈਕਨੋਲੋਜੀ ਤੋਂ। ਹੁਣ ਕਾਫੀ ਸਾਰੀਆਂ ਵੀਡੀਓ ਵੱਟੂ ਸਾਹਿਬ ਵੀ ਬਣਾਈਆਂ ਨੇ, ਮੈਂ ਵੀ ਬਣਾਈਆਂ ਨੇ ਤਮੋਸਨ ਟਰੈਕਟਰ ਦੇ। ਤਮੋਸਨ ਟਰੈਕਟਰ ਹੁਣ ਪਾਕਿਸਤਾਨ ਵਿੱਚ ਉਹ ਕੰਪਨੀ ਛੱਡ ਕੇ ਚਲੀ ਗਈ ਹੈ। ਚਲੀ ਕਿਉਂ ਗਈ ਹੈ? ਉਹਨਾਂ ਦੇ ਟਰੈਕਟਰ ਇੱਥੇ ਸੇਲ ਨਹੀਂ ਹੋਏ, ਲੋਕਾਂ ਨੂੰ ਪਤਾ ਹੀ ਨਹੀਂ ਚੱਲਾ, ਲੋਕਾਂ ਨੂੰ ਪਤਾ ਹੀ ਨਹੀਂ ਸੀ ਟਰੈਕਟਰ ਹੈ ਕੀ। ਔਰ ਹੁਣ ਜਦੋਂ ਪਤਾ ਚੱਲਾ ਕਿ ਉਹ ਟਰੈਕਟਰ ਹੈ ਕੀ, ਉਹ ਤੁਹਾਨੂੰ ਕੰਪਨੀ ਤੁਰ ਗਈ ਹੈ। ਜਿਵੇਂ ਇਹ ਸਾਡਾ ਸ਼ਹਜ਼ਾਦਾ ਬੱਬਰ ਸ਼ੇਰ, ਇਹ ਰੂਟਰ ਤੇ ਜਿਹੜਾ ਨਾ ਪਹਿਲੇ ਗੇਅਰ ਵਿੱਚ ਪਹਿਲੇ ਲੋ ਵਿੱਚ 10 ਤੋਂ 12 ਲੀਟਰ ਆਰਾਮ ਨਾਲ ਪੀਂਦਾ ਹੈ। ਉੱਥੇ ਉਹ ਤਮੋਸਨ 85 ਹਾਰਸ ਪਾਵਰ ਹੀ ਹੈ ਉਹ ਟਰੈਕਟਰ, ਉਹ ਵੀ 85 ਇਹ ਵੀ 85, ਉਹ ਜਨਾਬ ਸਿਰਫ ਔਰ ਸਿਰਫ 5 ਲੀਟਰ ਵਿੱਚ
ਇਹ ਹੈ ਟੈਕਨੋਲੋਜੀ। ਇਤਨਾ ਫਰਕ ਆ ਫੀਤੀ ਸਾਹਿਬ ਦਾ। ਹਾਂਜੀ, ਇਹ ਕਿਸਾਨਾਂ ਨੂੰ ਸਮਝਾਉਣਾ ਚਾਹੁੰਦੇ ਹੈ ਕਿ ਇਹਨਾਂ ਕੋਲੋਂ ਮੰਗ ਕਰਨੇ ਹੈ, ਠੀਕ ਹੈ, ਇਹਨਾਂ ਚੀਜ਼ਾਂ ਦੀ, ਔਰ ਨਵੀਂ ਚੀਜ਼ ਦੇ ਬਾਰੇ ਉਹਨਾਂ ਨੂੰ ਲੋਕਾਂ ਨੂੰ ਦੱਸਦੇ ਹੈ ਕਿ ਨਵੀਂ ਚੀਜ਼ ਵੱਲੇ ਆਓ, ਤੁਹਾਨੂੰ ਪਤਾ ਚੱਲੇ ਕਿ ਨਵੀਂ ਚੀਜ਼ ਵਿੱਚ ਹੈ ਪੁਰਾਣੀ ਚੀਜ਼ ਵਿੱਚ ਫਰਕ ਕੀ ਹੈ। ਔਰ ਉਹਨਾਂ ਨੂੰ ਕਹਿਣਾ ਵੀ ਕਿਸਾਨਾਂ ਨੂੰ ਕਹਿੰਦੇ ਉਹਦੇ ਨਵੀਂ ਚੀਜ਼ ਵੱਲੇ ਆਓ, ਇਦੋਂ ਆਦੀਆਂ ਕੰਪਨੀਆਂ ਨੂੰ ਕਹਿਣਾ ਹੈ ਵੀ ਇਹਨੂੰ ਥੋੜਾ ਜਿਹਾ ਬਦਲੋ। ਇਹ ਗੱਲ ਹੈ ਜੀ। ਇਸ ਤੋਂ ਮਜ਼ੀਦ ਜੀ ਮਜ਼ੀਦ ਇੱਕ ਹੋਰ ਮੈਂ ਗੱਲ ਐਡ ਕਰਦਾ ਚੱਲਾਂ ਕਿ ਸਾਡੀ ਜਿਹੜੀ ਹਕੂਮਤ ਪਾਕਿਸਤਾਨ ਹੈ, ਇਹਨਾਂ ਨੂੰ ਚਾਹੀਦਾ ਵੀ ਜਿਸ ਤਰੀਕੇ ਹਿੰਦੁਸਤਾਨ ਵਾਲਿਆਂ ਨੇ ਆਪਣੇ ਟਰੈਕਟਰਾਂ ਤੇ ਨਾ ਜ਼ੀਰੋ ਟੈਕਸ ਕੀਤਾ ਹੋਇਆ ਵੀ ਉਹ ਆਪਣੇ ਟਰੈਕਟਰਾਂ ਤੇ ਟੈਕਸ ਨਹੀਂ ਉਹਨਾਂ ਲਾਇਆ ਹੋਇਆ। ਉਹ ਕਹਿੰਦੇ ਨੇ ਵੀ ਕਿਸਾਨ ਦਾ ਜਿਵੇਂ ਬੈਲ ਬਲਦ ਹੁੰਦਾ ਹੈ ਨਾ, ਇਹ ਉਹਦਾ ਝੋਟਾ ਹੀ ਹੈਗਾ, ਸੰਡਾ ਹੀ ਹੈ, ਤੇ ਇਸ ਵਾਸਤੇ ਉੱਥੇ ਮਤਲਬ ਇਹਨਾਂ ਟੈਕਸ ਕੋਈ ਨਹੀਂ। ਤਾਂ ਟਰੈਕਟਰ ਉਹਨਾਂ ਕੋਲ ਜਿੰਨੀਆਂ ਵੀ ਕੰਪਨੀਆਂ ਨੇ ਉਹ ਅਨਲਿਮਿਟਿਡ ਹੈਗੀਆਂ ਨੇ। ਤੇ ਅਗਰ ਕੋਈ ਕਿਸਾਨ ਕਹਿੰਦਾ ਵੀ ਮੈਂ ਟਰੈਕਟਰ ਲੈਣਾ ਹੈ ਕਿਸੇ ਬੈਂਕ ਤੋਂ ਜਾਂ ਕੰਪਨੀ ਤੋਂ, ਉਹ ਕੰਪਨੀਆਂ ਉਹਦੇ ਪਿੱਛੇ ਪਿੱਛੇ ਆਉਂਦੀਆਂ ਨੇ ਤੇ ਕਿਸਾਨ ਅੱਗੇ ਹੁੰਦਾ ਦਿਗਾਣੇ ਟਰੈਕਟਰ ਦੇਣ ਵਾਸਤੇ। ਤੇ ਸਾਡੇ ਪਾਸ ਆਮ ਤੁਸੀਂ ਵੇਖਿਆ ਹੋਵੇਗਾ, ਅਗਰ ਬੈਂਕ ਤੋਂ ਅਸੀਂ ਟਰੈਕਟਰ ਲੈਣੇ ਆ ਤੇ 25-30% ਤੱਕ ਦਾ ਟਰੈਕਟਰ ਆਪਾਂ ਨੂੰ ਪਰਸੈਂਟੇਜ ਤੇ ਸੂਦ ਤੇ ਲੱਭਦਾ ਹੈ। ਵੈਸੇ ਤਾਂ ਕੰਪਨੀਆਂ ਨੇ ਬਲਕਿ ਗਵਰਨਮੈਂਟ ਨੇ ਐਲਾਨ ਕੀਤਾ ਵੀ 7% ਤੇ, ਲੇਕਿਨ 7% ਤੇ ਬਹੁਤ ਔਖਾ ਜ਼ਮੀਂਦਾਰ ਨੂੰ ਨਾ ਟਰੈਕਟਰ ਲੱਭਦਾ, ਕਿਉਂਕਿ ਜ਼ਮੀਂਦਾਰ ਦੀਆਂ ਕਾਪੀਆਂ ਤਾਂ ਪਹਿਲੇ ਹੀ ਬੈਂਕਾਂ 'ਚ ਪਈਆਂ ਨੇ, ਬੈਂਕਾਂ ਦਾ ਜ਼ਮੀਂਦਾਰ ਕਰਜ਼ਾਈ ਹੈ। ਇਸ ਵਾਸਤੇ ਸਾਡੀ ਹਕੂਮਤ ਨੂੰ ਚਾਹੀਦਾ ਵੀ ਇਹਨੂੰ ਜ਼ੀਰੋ ਮਾਰਕਅਪ ਕਰਨ ਜਾਂ ਕਮ ਅਜ਼ ਕਮ 1-2% ਕਰਨ ਤੇ ਕਿਸਾਨ ਤੱਕ ਨਾ ਮਜ਼ੀਦ ਕੰਪਨੀਆਂ ਲਿਆਉਣ ਪਾਕਿਸਤਾਨ ਵਿੱਚ, ਤੇ ਕਿਸਾਨਾਂ ਤੱਕ ਇਹ ਜਿਹੜੇ ਨਾ ਟਰੈਕਟਰ ਆਸਾਨੀ ਨਾਲ ਪਹੁੰਚਣ। ਤੇ ਜਿਸ ਤਰੀਕੇ ਆਸੋ ਵੀ ਕਹਿੰਦੇ ਸਨ ਟੋਮਸਨ ਟਰੈਕਟਰ ਦੇ ਬਾਰੇ, ਉਹ ਤੁਰਕੀ ਦਾ ਮੇਰੇ ਖਿਆਲ ਟਰੈਕਟਰ ਹੈਗਾ ਸੀ ਤੇ ਉਸ ਵੇਲੇ ਉਹਦੀ 28 ਲੱਖ ਕੀਮਤ ਸੀ, ਜਦੋਂ ਇਹ ਹੈਗਾ ਸੀ 8-10 ਲੱਖ ਦਾ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਉਹ 50-60 ਲੱਖ, ਇਹਨਾਂ ਮਤਲਬ ਹੋ ਗਿਆ 60 ਲੱਖ ਦਾ ਜਾਂ 70 ਦਾ ਹੈ, ਉਹਦੇ ਤੇ ਟੈਕਸ ਲਾ ਤੇ ਇਹਨਾਂ ਤੇ ਵੀ ਟੈਕਸ ਲੱਗ ਤੇ ਇਹ ਹੁਣ 34 ਲੱਖ 65 ਦਾ ਹੋ ਗਿਆ। ਤੇ ਉਸ ਹਿਸਾਬ ਨਾਲ ਸਾਡੀ ਜਿਹੜੀ ਕਣਕ ਦਾ ਰੇਟ ਹੈ ਉਹ ਨਹੀਂ ਵਧਿਆ, ਚਾਵਲ ਦਾ ਰੇਟ ਨਹੀਂ ਵਧਿਆ, ਤੇ ਅਖਰਾਜਾਤ ਸਾਡੇ ਡਬਲ ਹੋ ਗਏ ਨੇ, ਤੇ ਟਰੈਕਟਰਾਂ ਦੀ ਕੀਮਤਾਂ ਡਬਲ ਤੇ ਟ੍ਰਿਪਲ ਹੋ ਗਈਆਂ ਨੇ, ਤੇ ਫਸਲਾਂ ਦੇ ਰੇਟ ਘੱਟ ਨੇ। ਅੱਛਾ ਵੱਟੂ ਸਾਹਿਬ, ਆਖਰੀ ਤੇ ਫਾਈਨਲ ਸਵਾਲ ਟਰੈਕਟਰ ਤੋਂ ਹਟ ਕੇ, ਗਵਰਨਮੈਂਟ ਨੂੰ ਇੰਡੀਆ ਦੇ ਨਾਲ, ਇੰਡੀਆ ਦੇ ਪੰਜਾਬ ਨਾਲ ਬਾਰਡਰ ਖੋਲਣਾ ਚਾਹੀਦਾ ਕਿ ਨਹੀਂ? ਸਾਡਾ ਮੇਰਾ ਖਿਆਲ ਹੈ ਵੀ ਜਿਸ ਤਰੀਕੇ ਇਹਨਾਂ ਬਾਰਡਰ ਖੋਲੇ ਹੋਏ ਨੇ, ਅਫਗਾਨਿਸਤਾਨ ਟ੍ਰੇਡ ਕਰਦਾ ਪਿਆ ਹੈ ਵਾਘਾ ਬਾਰਡਰ ਦੇ ਜ਼ਰੀਏ ਹਿੰਦੁਸਤਾਨ ਨਾਲ, ਤੇ ਮਤਲਬ ਵੀ ਉਹਨਾਂ ਦਾ ਲੈਣ ਦੇਣ ਚੱਲਦਾ ਪਿਆ, ਉਹ ਮੁਨਾਫਾ ਕਮਾਉਂਦੇ ਪਏ ਨੇ ਦੋਨੋਂ ਮੁਲਕ। ਤੇ ਜਿਹੜੇ ਅਸੀਂ ਗਵਾਡੀਆਂ, ਸਾਡਾ ਹੱਕ ਬਣਦਾ ਅਸੀਂ ਈਰਾਨ ਨਾਲ ਵੀ ਕਰੀਏ, ਅਫਗਾਨਿਸਤਾਨ ਨਾਲ ਵੀ ਕਰੀਏ, ਇੰਡੀਆ ਨਾਲ ਵੀ ਕਰੀਏ, ਤਾਂ ਕਿ ਜਿਨ੍ਹਾਂ ਚੀਜ਼ਾਂ ਦੇ ਅਸੀਂ ਮਤਲਬ ਔਖੇ ਹਾਂ ਉਹ ਚੀਜ਼ਾਂ ਸਾਨੂੰ ਮਿਲ ਜਾਵਣ, ਤੇ ਜਿਹੜੀਆਂ ਚੀਜ਼ਾਂ ਦੀ ਉਹਨਾਂ ਨੂੰ ਲੋੜ ਹੈ ਉਹ ਸਾਡੇ ਮੁਲਕ 'ਚ ਲੈ ਜਾਵਣ। ਤੇ ਤਜਾਰਤ ਕਰਾਂਗੇ ਤੇ ਮੇਰਾ ਖਿਆਲ ਹੈ ਵੀ ਨਾ ਪੂਰਾ ਯੂਰਪ ਕਰਦਾ ਪਿਆ ਤਜਾਰਤ, ਹਰ ਮੁਲਕ ਇੱਕ ਦੂਸਰੇ ਨਾਲ ਕਰਦਾ, ਅਸੀਂ ਮੇਰਾ ਖਿਆਲ ਹੈ ਵੀ ਤਜਾਰਤ ਦੀ ਬਜਾਏ ਨਾ ਅਸੀਂ ਇੱਕ ਦੂਜੇ ਨੂੰ ਅੱਖਾਂ ਵਿਖਾਣੇ, ਤੇ ਉਹਦਾ ਕੋਈ ਫਾਇਦਾ ਨਹੀਂ, ਦੋਨੋਂ ਮੁਲਕਾਂ ਨੂੰ ਨੁਕਸਾਨ ਹੈ, ਖਾਸ ਕਰਕੇ ਕਿਸਾਨਾਂ ਨੂੰ। ਜੀ ਠੀਕ ਹੋ ਗਿਆ, ਬਹੁਤ ਸ਼ੁਕਰੀਆ ਵੱਟੂ ਸਾਹਿਬ, ਬਹੁਤ ਸ਼ੁਕਰੀਆ ਜੀ, ਕੀਮਤੀ ਟਾਈਮ ਦਿੱਤਾ ਜੀ।